नाम दुआ तो करनी है ना बाकी जी जी सैनी साहब अगे लामा साहब ਦੇ ਜਾਣ ਤੋਂ ਬਾਅਦ ਤੁਸੀਂ ਅਜੇ ਨਿਕਲਦਾ ਤਾਂ ਹੁਣ ਬੈਠੇ ਸ਼ੁਰੂ ਹੋ ਜਾਂਦਾ जी उस दिन 2-4 दिन होए ने लामा साहब गए तो फिर जूं वो लगे वैन पान जी हाँ ते फिर किरदार कुशी करन ते बुरियां गल्लां करन ते पता नहीं कि फिर वो सबर नहीं आंदा ते ये करते ने ना बस सैनी साहब फिर लामा साहब कोले मनुष्य के कोई ना रागी इंज दी है ਉਹ ਮਾੜੇ ਦੀ ਟੱਚ ਹੀ ਕਰਦੇ ਨੇ ਤੇ ਰੋਲਾ ਪੈ ਜਾਂਦਾ ਹਰ ਪਾਸੇ ਤੇ ਉਹ ਫਿਰ ਇਹ ਹੁਣ ਵੇਖ ਲਓ ਨਾ ਤੁਸੀਂ ਕਦੇ ਕਿਸੇ ਨੂੰ ਮਾੜਾ ਆਖਿਆ ਨਾ ਚੰਗਾ ਆਖਿਆ ਤੁਸੀਂ ਆਪਣੇ ਸਾਰਿਆਂ ਨੂੰ ਆਦੇ ਭਾਈ ਤੇਰਾ ਵੀ ਠੀਕ ਹੈ ਤੇਰਾ ਵੀ ਠੀਕ ਹੈ ਤੇ ਬਾਰਡਰ ਸਾਹਿਬ ਮੁਸਲਸਲ ਕਹਿ ਰਹੇ ਨੇ ਕਿ ਤੁਸੀਂ ਸ਼ਾਤਮਾ ਦੇ ਪੀਰ ਪਗਾੜੇ ਹੋ ਲਓ ਸਾਹਿਬ ਬਸ ਫਿਰ ਇਹਨਾਂ ਨੇ ਆਣਾ ਸਾਡੀ ਜਮਾਤ ਦਾ ਬੰਦਾ ਹੀ ਨਹੀਂ ਉਹਦੀ ਫੇਕ ਆਈਡੀ ਹੈ ਉਹ ਕੋਈ ਗਲਤ ਬੰਦਾ ਹੈ ਫਿਰ ਇਹ ਮੁੱਤੇ ਬੁਲਾ ਕੇ ਆ ਕੇ ਗਾਲਾਂ ਕੱਢੇ ਦਾ ਫਿਰ ਆਖਦੇ ਹੁਣ ਮੰਨ ਗਏ ਫਿਰ ਵੀ ਆਖਦੇ ਨਹੀਂ ਕਿਤੇ ਕਿਸੇ ਕਾਪੀ ਕੀਤੇ ਆ सकता है जी अगर कोई दूसरा बंदा पीर पगाड़ा हो नहीं सकता या के रोला बने कोई के कहने के वजह गाल नहीं करना चाहते के मसला बन गया जी मैं के मसला बन गया जेड़े अगे मैं एक दो ही सुने ਤੇ ਲਿਕਮੈਂਟ ਹੈ ਜੀ ਸੁਣ ਰਿਹਾ ਹਾਂ ਤੇ ਕੀ ਮਤਲਬ ਬਣ ਗਿਆ ਗੱਲ ਕਰੋ ਨਾ ਅਟਵਾਲ ਸਾਹਿਬ ਬੈਠੇ ਨੇ ਇਹ ਹੈ ਵੀ ਅਲਾਮਾ ਸਾਹਿਬ ਬੈਠੇ ਨੇ ਅਸੀਂ ਤੇ ਮਿਸਾਲ ਦੇ ਤੌਰ ਤੇ ਪੇਸ਼ ਕਰਨੇ ਆ ਕਿ ਅਲਾਮਾ ਸਾਹਿਬ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਹਿੰਦੇ ਔਰ ਜ਼ਿਆਦਾਤਰ ਖਾਮੋਸ਼ ਰਹਿੰਦੇ ਨੇ ਔਰ ਕਿਤੇ ਕੋਈ ਇਲਮੀ ਗੱਲ ਹੋਵੇ ਤੇ ਕੋਈ ਨੁਕਤਾ ਦੱਸਦੇ ਨੇ ਪੁੱਛਦੇ ਉਹਦੀ ਉਲਝਣ ਪਾਉਂਦੇ ਨੇ ਤੇ ਉਹ ਤੇ ਬੜਾ ਜ਼ਰੂਰੀ ਹੈ ਉਹ ਦੱਸਣਗੇ ਤੇ ਉਹਨਾਂ ਰੌਣਕ ਹੋਏਗੀ ਅਸੀਂ ਉਹ ਗੱਲਾਂ ਸੁਣਨੇ ਆ ਤੇ ਉਹਦੇ ਤੋਂ ਫਾਇਦਾ ਉਠਾਉਂਦੇ ਆ ਤੇ ਇਹ ਇਤਰਾਜ਼ ਕੀ ਪਤਾ ਨਹੀਂ ਮੈਂ ਤਾਂ ਨਹੀਂ ਇੱਥੇ ਸੁਣਿਆ ਆ ਕੇ ਉਹ ਕਹਿੰਦੇ ਜੀ ਇਹਨਾਂ ਗਾਲਾਂ ਕੱਢ ਦਿੱਤੀਆਂ ਨੇ ਨਾ ਕਰ ਦਿੱਤਾ ਹਾਲਾਂਕਿ ਬੈਠੇ ਨੇ ਕੋਈ ਵੀ ਲਫ਼ਜ਼ ਨਹੀਂ ਉਹਨਾਂ ਨੇ ਕਿਹਾ ਜਾਂ ਹੁਣੇ ਇੱਕ ਬੰਦਾ ਨਾਰਾਜ਼ ਹੋ ਕੇ ਗਿਆ ਇਹਨਾਂ ਦੇ ਨਾਲ ਕਿਉਂ ਨਾ ਇਹਨਾਂ ਪਤਾ ਨਹੀਂ ਕੀ ਕਹਿ ਉਹ ਫਿਰ ਗੁੱਸੇ ਤੇ ਕਾਬੂ ਹੀ ਨਹੀਂ ਪਾ ਸਕੇ ਕਹਿਣ ਲਈ ਬਿਹਤਰ ਹੈ ਮੈਂ ਟੋਰੀ ਜਾ ਕਿਉਂਕਿ ਮੇਰੇ ਕੋਲੋਂ ਹੁਸੈਨ ਸਾਹਿਬ ਇਹ ਸਾਨੂੰ ਟਿਕਟਾਕ ਦਾ ਇਹ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਇਹਦੇ ਚ ਅਸੀਂ ਸਿਰਫ ਗੱਲ ਕਰ ਸਕਦੇ ਹਾਂ ਬਾਹਰ ਨਿਕਲ ਕੇ ਦੂਜੇ ਦਾ ਗੱਲਾਂ ਨਹੀਂ ਫੜ ਸਕਦੇ ਕਿਸੇ ਨੂੰ ਹਿੱਟ ਨਹੀਂ ਮਾਰ ਸਕਦੇ ਕਿਸੇ ਦਾ ਸਿਰ ਨਹੀਂ ਪਾੜ ਸਕਦੇ ਤੇ ਇਹ ਇਸ ਗੱਲੋਂ ਜਿਹੜਾ ਨਾ ਟਿਕਟਾਕ ਦਾ ਉਹ ਸ਼ੁਕਰੀਆ ਅਦਾ ਕਰਨਾ ਚਾਹੀਦਾ ਨਹੀਂ ਤੇ ਇੱਥੇ ਤੇ ਫਿਰ ਰੋਜ਼ ਕੋਈ ਨਾ ਕੋਈ ਕਤਲ ਹੋ ਕੇ ਤੇ ਘਰ ਹੀ ਜਾਏ मैं तो दसदा कि आमने सामने आ गए तो कोई किसी का बाहर नहीं पड़ सकता अली वाला भाई सैनी साहब जिस तरह ਇੱਥੇ ਮੁਖਾਲਫਤ ਹੁੰਦੀ ਹੈ ਨਾ ਤੇ ਉਹ ਸੈਣੀ ਸਾਹਿਬ ਗੁਜਰਾਤ ਵਿੱਚ ਨਾ ਸੈਣੀ ਸਾਹਿਬ ਬੜਾਚਾ ਵਾਲਾ ਸੁਣਿਆ ਜੇ ਨਾ ਜੀ ਉੱਥੇ ਦਾ ਨਾ ਵੈਰ ਬੜਾ ਮਸ਼ਹੂਰ ਹੈ ਨਾ ਇੱਕ ਦੂਜੇ ਦੀ ਲਾਸ਼ ਵੀ ਨਹੀਂ ਦਿੰਦੇ ਹੈ ਨਾ ਲੋਕੋ ਕੇ ਸੱਟ ਛੱਡਦੇ ਹਾਂ ਉਹ ਕਿਤੇ ਪੇਸ਼ੀ ਹੋ ਗਈ ਸਰਾਏ ਆਲਮਗੀਰ ਕਤਲ ਦੀ 302 ਦੀ ਬਾਬਾ ਮਹਿਮੂਦ ਉਹਨਾਂ ਕਤਲ ਕੀਤਾ ਤੇ ਉਹਨਾਂ ਨੇ ਆਖਿਆ ਭਈਆ ਹੁਣ ਪੇਸ਼ੀ ਹੋ ਗਈ ਉਧਰ ਮੁੜੇ ਫੜਨ ਹੋਏ 302 ਵਿੱਚ ਉਹਨਾਂ ਸਜ਼ਾ ਮੌਤ ਹੋਣੀ ਸੀ ਤੇ ਉਹ ਜੱਜ ਨੂੰ ਉਹਨਾਂ ਨੇ ਆਖਿਆ ਵੀ ਜੱਜ ਸਾਹਿਬ ਤੁਹਾਡੇ ਵਾਸ ਦਾ ਕੰਮ ਨਹੀਂ ਤੁਸੀਂ ਇੰਜ ਕਰੋ ਬੇਸ਼ੱਕ ਤੁਸੀਂ 302 ਦੇ ਛੜੀਏ ਨਾ ਸੀ ਨਾ ਜੇਲ੍ਹ 'ਚ ਵੀ ਜਾਣਾ ਹੈ ਤੁਸੀਂ ਇੰਜ ਕਰੋ ਇਹਨਾਂ ਨੂੰ ਛੱਡ ਛੜੋ ਤੇ ਛੱਡੋ ਤੇ ਅਸੀਂ ਫਿਰ ਸੌਖੇ ਮਾਰ ਲਾਂ ਠੀਕ ਹੈ ਤੇ ਉਹ ਜਿਹੜੇ ਨੇ ਉਹ ਹਿਸਾਬ ਇੱਥੇ ਵੇ ਬਈ ਇਹ ਜਿੱਥੇ ਜਗ੍ਹਾ ਹੈ ਉਹ ਪਿਆਰ ਨਾਲ ਕੋਈ ਬੰਦਾ ਬੈਠੇ ਆ ਕੋਈ ਬਰਾੜ ਜਿਹੜੀ ਇਹ ਪ੍ਰੋਵਾਈਡ ਕਰ ਰਿਹਾ ਤੁਹਾਨੂੰ ਕਿ ਇੱਥੇ ਆ ਕੇ ਗੱਲ ਕਰੋ ਦੂਜੀਆਂ ਜਿਹੜੀਆਂ ਜਿੱਥੇ ਜੋ ਹੋਇਆ ਸੋ ਹੋਇਆ ਉਹਨੂੰ ਛੱਡੋ ਲੇਕਿਨ ਉਹ ਕਹਿੰਦੇ ਨੇ ਕਿ ਨਹੀਂ ਬਸ ਜ਼ਿੱਦ ਨੇ ਕਿ ਨਹੀਂ ਅਸੀਂ ਉਹ ਜਿਹੜੀ ਪੁਰਾਣੀ ਗੱਲ ਹੈ ਨਾ 10 ਸਾਲ ਪੁਰਾਣੀ 5 ਸਾਲ ਪੁਰਾਣੀ ਜਾਂ ਕਿਸੇ ਹੋਰੀ ਬਰਾੜ ਦੀ ਉਹ ਲਾਜ਼ਮਨ ਜਿਹੜਾ ਅਸੀਂ ਇੱਥੇ ਆ ਕੇ ਕਰਨੀ ਹੈ ਤੇ ਉਹਦੀ ਵਜ੍ਹਾ ਜਿਹੜਾ ਅਸੀਂ ਗੱਲ ਵੀ ਨਹੀਂ ਕਰਨ ਦੇ ਮਸਲਾ ਸਿਰਫ ਇਹ वाला साहब और कतल की गल तुसीं कीती है ना तो दो बंदे आमने सामने आए सन किन्ने किदा गिरबान फड़िया सी नहीं फड़ सकते सर कोई भी इत्थे देखो ना न्यू आके दो बंदे आमने सामने आए थे शोएब राजा और रामदाना साहब नहीं वो तो शोएब राजा दी क्या लोग की कहते हैं अकलमंदी है कि उन्होंने कुछ नहीं किया लेकिन ਉਹ ਗੱਲ ਨਾਲ ਫੜ ਲੈਣ ਅਠਵਾਲ ਸਾਹਿਬ ਫੜਨ ਵਾਲੇ ਫੜ ਲੈਂਦੇ ਨੇ ਇਹਦੀ ਕੋਈ ਗੱਲ ਹੁੰਦੀ ਔਰ ਸਰ ਫੜ ਲੈਂਦੇ ਜਿੱਥੇ ਤੁਸੀਂ ਵੀ ਹੋ ਜਿੱਥੇ ਅਸੀਂ ਵੀ ਇੱਥੇ ਕੋਈ ਫੜ ਕੇ ਦਿਖਾਵੇ ਨਾ ਨਹੀਂ ਫੜਨ ਵਾਲੇ ਫੜ ਲੈਂਦੇ ਨੇ ਬੜੇ ਬੜੇ ਪੜੇ ਨੇ ਤੁਸੀਂ ਵਾਲਾ ਵੇਖੇ ਕੋਈ ਦੀ ਗੱਲ ਤੇ ਸੁਣਦਾ ਗੱਲ ਇਹ ਬੜੀ ਯਾਰ ਆਵਾਜ਼ ਡਬਲ ਹੋ ਰਹੀ ਹੈ ਮੇਰੇ ਵੱਲੋਂ ਅੱਛਾ ਮੈਨੂੰ ਲੱਗ ਰਹੀ ਹੈ ਜਾਂ ਹੋ ਰਹੀ ਹੈ ਇਹਨਾਂ ਦੀ ਵਾਕਈ ਨਹੀਂ ਤੁਹਾਨੂੰ ਲੱਗ ਰਹੀ ਆ साहब गल सिर्फ इन्नी क्या है कि मुसलमान जज्बात पाकिस्तान की ये मैं कलमा पढ़ा या मैं किसी सलाम करा ये पाकिस्तान की क्यों मजरू होंगे पाकिस्तान के बाहर क्यों नहीं होंगे
मैं पाकिस्तान अपनी मस्जिद से कलमा लिख के लावा किसी के जज्बात मजबूर नहीं होंगे। मेरी मस्जिद तो एक घर छड़ के दूसरी मस्जिद है, ठीक है ना, जी सुनिया की मस्जिद है, ठीक है। मेरी मस्जिद उत्ते एडा वड्डा कलमा ला इलाहा इल्लल्लाह मुहम्मद रसूलुल्लाह लिखा है, किसी ने आके नहीं आखिया जी मेरे जज्बात मजबूर हुए हैं। पाकिस्तान की क्यों होंगे जज्बात मजबूर, मुझे समझ नहीं आती। हाली वाला भाई ये तो उससे जज्बात मजबूर होंगे यार, ऐना मुल्का ਇਹ ਤੇ क्यों नहीं ਉੱਥੇ है? ਪੁੱਛਣਾ ਪਏਗਾ ਨਾ ਇੱਥੇ ਤੇ ਨਹੀਂ। ਨਹੀਂ ਜਿੱਥੇ ਜਜ਼ਬਾਤ ਮਜਰੂ, ਇੱਥੇ ਵੀ ਜਜ਼ਬਾਤ ਮਜਰੂ ਹੁੰਦੇ ਨੇ। ਇੱਥੇ ਸਿਰਫ ਇਹ ਵੇ ਕਿ ਉਹ ਥੋੜਾ ਜਿਹਾ ਅੱਗੇ ਕਹਿੰਦੇ ਨੇ ਕਾਨੂੰਨ ਦੀ ਵਜ੍ਹਾ ਤੋਂ ਕਹਿ ਸਕਦੇ ਨੇ ਕਿ ਨਹੀਂ ਚਲੋ ਇਹਨੇ ਕੀਤਾ ਤਾਂ ਕਰ ਲੈਣ, ਸਾਨੂੰ ਵੀ ਕਿਹੜਾ ਉਸ ਤਰ੍ਹਾਂ ਇਜਾਜ਼ਤ ਹੈ, ਤੁਹਾਨੂੰ ਵੀ ਉਸੇ ਤਰ੍ਹਾਂ ਇਜਾਜ਼ਤ ਹੈ। ਉਹਦੇ ਚ ਫਿਰ ਉਹ ਕੀ ਕਰ ਸਕਦੇ ਨੇ? ये वो है ना जिसे कहते हैं ना अपनी गली में शेर ਜਾਂ बाहर निकल ਤੁਸੀਂ ਤੇ ਫਿਰ ਇਹ ਗੱਲ ਤੇ ਨਹੀਂ ਹੈ, ਇਹ ਜਿੱਥੇ ਬੰਦਾ ਕੋਈ ਹੋਵੇ, ਜਿੱਥੇ ਕੋਈ ਕਾਨੂੰਨ ਹੋਵੇ ਉੱਥੇ ਹੀ ਆਣਾ ਨਾ। ਹੁਣ ਪਾਕਿਸਤਾਨ ਨੂੰ ਕਾਨੂੰਨ ਬਣੇ ਹੈ, ਉਹਨੂੰ ਬੰਦੇ ਆਦੇ ਨੇ ਜੀ ਇੱਥੇ ਉਹ ਕਾਨੂੰਨ ਹੀ ਨਹੀਂ ਹੈ। हाँ तो ਉਹ ਕਿਸ ਤਰ੍ਹਾਂ ਉੱਥੇ ਤੇ ਜੰਗਲ ਦਾ ਕਾਨੂੰਨ ਹੈ ਨਾ, ਉਹਨੂੰ ਕਾਨੂੰਨ ਇਹ ਕਹਿਣਾ ਕੋਈ ਨਹੀਂ ਚਾਹੀਦਾ। ਕਾਨੂੰਨ ਨਹੀਂ, ਪਾਕਿस्तान ਦਾ ਕਾਨੂੰਨ ਹੈ। पाकिस्तान का एक कानून है, ऐसे एक आईन है। ऐसे करके ਉਹਦੇ तो तू ਮੁਤਾਬਕ पाकिस्तान रहना है, क्योंकि ਉੱਥੇ ਦੇ ਕਾਨੂੰਨ ਬੜੇ ਅੱਛੇ ਨੇ ਔਰ ਹਰ ਬੰਦਾ ਰਹੇ ਅਸੀਂ- ਉੱਥੋਂ ਦੇ ਕਾਨੂੰਨਾਂ ਨੂੰ ਬੜਾ ਪਸੰਦ ਕਰਦਾ ਹੈ, ਨਹੀਂ ਔਰ ਅਸੀਂ ਉੱਥੇ ਰਹਿਣਾ ਪਸੰਦ ਚਾਹੁੰਦਾ ਹੈ। और पसंद उसके करे शेर या और ना करे, उसे बकरी और शेर सब एक ही घाट पसंद पे पानी करे, पीते हैं। पसंद करे बंदा या ना करे, क्या ਇਹ ਲੰਮੀਆਂ बात है ਤਕਰੀਰਾਂ ਕਰਨ ਦਾ तुम्हारी ਫਾਇਦਾ ਕੋਈ ਨਹੀਂ ਹੁੰਦਾ। लॉजिक और तुम्हारे ਇੱਥੇ इंसाफ की। ਇੱਥੇ ਵੀ ਕਈ ਕਾਨੂੰਨ ਨੇ ਜਿਹੜੇ ਅਸੀਂ ਪਸੰਦ ਨਹੀਂ ਕਰਦੇ। सुभान ਉਹਦਾ अल्लाह, ਕੀ फिर ਮਤਲਬ ਹੈ ਕਿ रहंदे ਅਸੀਂ क्यों ਜਿਹੜਾ हो ਬੜੇ ਖੁਸ਼ ਹਾਂ ਇੱਥੇ मुसलमानों रहंदे क्यों हो? ਤੇ ਮਰਜ਼ੀ ਸਾਡੀ इस्लाम ਜਿੱਥੇ ਦੇ ਖਿਲਾਫ ਅੱਜ ਮਰਜ਼ੀ ਸਾਡੀ ਤੇ ਤੁਹਾਡੀ ਵੀ ਮਰਜ਼ੀ ਤੇ ਸਾਡੀ ਵੀ ਉਹ ਮਰਜ਼ੀ ਖੋਸ ਹੈ। ਇਨਸਾਨ ਜਿੱਥੇ ਆਪਣੇ ਆਪ ਨੂੰ ਇਜ਼ੀ ਫੀਲ ਕਰਦਾ ਉੱਥੇ ਰਹਿੰਦਾ। ਇਨਸਾਨ ਹਾਂ। ਜਿੱਥੇ ਹਜ਼ੂਰ ਦੇ ਕਾਰਟੂਨ ਬਣਦੇ ਹੋ ਉਹਨਾਂ ਜਗ੍ਹਾ ਤੇ ਰਹਿੰਦੇ ਹੋ, ਜਿਹੜੇ ਗਾਲਾਂ ਕੱਢਦੇ ਨਹੀਂ ਉਹਨਾਂ ਦੀ ਜਗ੍ਹਾ ਤੇ ਨਹੀਂ ਰਹਿੰਦੇ ਹੈ। ਉਹਨੇ ਜਗ੍ਹਾ ਤੇ ਨਹੀਂ ਰਹਿੰਦੇ, ਉਹਨਾਂ ਉੱਥੇ ਜਗ੍ਹਾ ਤੇ ਨਹੀਂ ਮੁਸਲਮਾਨ ਰਹਿੰਦੇ। ਉੱਥੇ ਨਹੀਂ ਨਹੀਂ, ਉੱਥੇ ਨਹੀਂ ਮੁਸਲਮਾਨ ਰਹਿੰਦੇ। ਫਰਾਂਸ ਵਿੱਚ ਕੋਈ ਮੁਸਲਮਾਨ ਨਹੀਂ, ਤੁਸੀਂ ਹੁਣ ਫਰਾਂਸ ਤਕਰੀਰ ਵਿੱਚ ਕੋਈ ਕਰਨੀ ਮੁਸਲਮਾਨ ਹੈ। ਨਹੀਂ, ਬੈਲਜੀਅਮ ਵਿੱਚ ਕੋਈ ਹੈ ਨਹੀਂ। ਮੁਸਲਮਾਨ ਨਹੀਂ, ਅਮਰੀਕਾ ਵਿੱਚ ਮੁਸਲਮਾਨ ਨਹੀਂ, ਮੇਰਾ ਉੱਥੇ ਖਿਆਲ ਕੋਈ ਹੈ ਮੁਸਲਮਾਨ ਨਹੀਂ, ਕਿਹੜੀ ਅਮਰੀਕਾ ਗੱਲ ਵਿੱਚ ਦਾ- ਕਿਹੜੀ ਗੱਲ ਦੇ ਉੱਤੇ ਇਤਰਾਜ਼ ਕਰ ਰਹੇ ਹੋ ਤੇ ਕਿਹੜੀ ਗੱਲ ਦਾ ਦਿਫਾ ਹੋ ਰਿਹਾ ਹੈ। और बात तो ये है ना कि ये ਮਸਲਾ अहमी ਪਤਾ रात ਥੋੜੀ को ਨਾ ਬਸ दिन ਆ ਕੇ ਜੀ। ਸ਼ੌਕੀਆ ਤਕਰੀਰ ਕਰਨੀ ਹੁੰਦੀ ਹੈ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਤੇ ਉਹ ਕਰ ਰਹੇ ਨੇ। पाकिस्तान के ਉਹਨਾਂ ਨੂੰ खिलाफ ਪਤਾ ਕੋਈ मुसलमानों के खिलाफ ਕਰ ਲਓ सारे ਯਾਰ ਤੁਸੀਂ लौंडेबाज ਜਰਾ। मुसलमान ने ਉਹਨਾਂ ਨੂੰ ਮੁਸਲਮਾਨ ਕਹਿਣਾ ਸਾਡਾ ਫਰਜ਼ ਹੁੰਦੀ ਯਾ ਰਸੂਲ ਅੱਲਾਹ ਦਾ ਦੀਨ ਹੈ ਇਸੀ ਜੀ ਜਿਹੜਾ ਤੇ ਜੇ ਮੁਸਲਮਾਨ ਮੈਂ- ਫੋਲੋ ਪੇ ਕਰਦੇ ਨੇ। ਹੁਣ ਹੁਸੈਨ ਸਾਹਿਬ ਵੇਖ ਲਓ, ਹੁਣ ਨਾਲ ਹੀ ਨੇ ਵਿੱਚ ਫਟਾਫਟ ਰਸੂਲ ਅੱਲਾਹ ਨੂੰ ਲੈਣ ਦਾ तो ਤੇ ਜਿਵੇਂ फिर ਮਿਰਜ਼ਾ ਸਾਹਿਬ ਤੁਸੀਂ ਨੂੰ ਕਹਿੰਦੇ ਲੈਣ ਜੋ ਦਾ। ਕਿ ਮੁਸਲਮਾਨਾਂ ਦੇ ਖਿਲਾਫ ਤੇ ਫਿਰ ਪਾਕਿਸਤਾਨ ਉਹਨੂੰ ਦੇ ਹੁਸੈਨ ਖਿਲਾਫ ਸਾਹਿਬ ਸਾਨੂੰ ਤੇ ਕੋ ਮੁਸਲਮਾਨ ਨਜ਼ਰ ਹੀ ਨਹੀਂ ਆਉਂਦਾ ਤੇ ਅਸੀਂ ਆਪਣੇ ਆਪ ਨੂੰ ਜਿਹੜੇ ਮੁਸਲਮਾਨ ਕਹਿੰਦੇ ਨੇ ਉਹ ਡੁੱਬ ਮਰਨ ਸ਼ਰਮ ਦੇ ਨਾਲ ਹੀ ਬੰਬਾਸਟਰ ਕੀ ਕਰ ਲੈਣ ਸਾਹਿਬ, ਇਜਤਮਾਈ ਇੱਕ ਬਨ ਕੇ ਪਾੜ ਜਾਣਾ ਚਾਹੀਦਾ ਸਭ ਨੂੰ। ਇੱਕ ਉਹਦੇ ਤੇ ਕਰਨੇ ਆ ਔਰ ਗੱਲ। ਪਾਕਿਸਤਾਨ ਦੇ ਖਿਲਾਫ ਉਹ ਲੋਕ ਪਾਕਿਸਤਾਨ ਨਾਲ ਬੜੇ ਸਿੰਸੀਅਰ ਨੇ ਜਿਹੜੇ ਪਾਕਿਸਤਾਨ ਨੂੰ ਗਾਲਾਂ ਕੱਢਦੇ ਨੇ ਔਰ ਨਸਣਾ ਚਾਹੁੰਦੇ ਨੇ, ਕਹਿੰਦੇ ਨੇ ਪਾਕਿਸਤਾਨ ਇਹ ਪਲੀਤਸਤਾਨ ਹੈ, ਜੀ ਠੀਕ ਹੋ ਜਿਹੜੇ ਗਿਆ। ਡੇ ਵਨ ਤੋਂ ਪਾਕਿਸਤਾਨ ਦੇ ਦੁਸ਼ਮਣ ਸਨ ਔਰ ਹੁਣ ਵੀ ਪਾਕਿਸਤਾਨ ਵਿੱਚ ਨਹੀਂ ਰਹਿਣਾ ਚਾਹੁੰਦੇ। ਸਹੀ ਬਾਤ। ਕਹਿੰਦੇ ਨੇ ਮੈਂ ਯਾ ਕਿਹਾ- ਅੱਲਾ ਸਾਨੂੰ ਪਾਕਿਸਤਾਨ ਤੋਂ ਕੱਢ ਦੇ। ਬੇਸ਼ੱਕ ਮੈਂ ਕਿਹਾ ਇੱਕ ਬੰਦੇ ਨੇ ਥੱਲੇ ਜਿਹੜੇ ਮੁਖਲਸ ਅਹਿਮਦੀ ਨੇ ਤੇ ਉਹ ਤੁਹਾਨੂੰ, ਤੁਸੀਂ ਵੀ ਮੁਖਲਸ ਅਹਿਮਦੀ ਹੋ। ਉਹ ਮੁਖਲਸ ਅਹਿਮਦੀ ਨਹੀਂ, ਉਹ ਲਾਂਤੀ ਮੁਸਲਮਾਨ ਹੈ ਪੱਕਾ। नहीं, मैंने बहुत मुजाहिद है, वो लो। आईडी फेक है। हुसैनी साहब उसने मुबारक साहब की फोटो लगाई हुई है और मुबारक को मैं मिलता, मैं नहीं अच्छा, जानता कि वो इस तरह की जुबान नहीं बोल सकता। ठीक है ठीक है। लग रहा है फेक आईडी। अच्छा ठीक है ठीक ये है 100% खत्म नबूवत का मुजाहिद है, रसूलुल्लाह का ओ। दीवाना है। ठीक है ठीक है। मैं समझ गया कि शायद हो। मैं मुबारक साहब को नहीं जानता, मुबारक साहब मुझे गाली निकालेंगे। अच्छा, क्या ठीक। बातें कर रहे हैं आप? ठीक हो गया ठीक हो गया। इतने सारे मुसलमान खत्म नबूवत दे मुजाहिद नहीं जिन्हां दे खिलाफ असी बोलने आ मुसलमान, ਇਹ ਉਹ ਨੇ ਆਈਡੀਆਂ ਫੇਕ ਬਣਾਉਂਦੇ ਨੇ, हम नहीं बनाते। ठीक हो सैनी गया। साहब, पाकिस्तान के कानून की बात हो रही थी। जी जी अभी इंजीनियर मिर्जा साहब का इंटरव्यू में सुन रहा था, जी तो कह रहे थे जब मैं अंदर था जी तो एक प्रोफेसर को तौहीन रसालत के सिलसिले में अंदर किया था और एक बिशप को जो 11-12 साल से अंदर था और क्या कानून ने उसको अंदर किया हुआ था। ठीक है। और जज साहब आए, उससे माफी उसने मांगी। जज ने कहा भी मैं कुछ नहीं, मैंने जो कानून था, तू बरी है इससे, तूने कोई ऐसी हरकत नहीं की, लेकिन मैं प्रेशर के अंडर आके और जिस दिन उसको रिहाई हुई उसके तीसरे दिन बेचारा मर गया।
ठीक है, 11-12 साल के बाद जेल में ऐसे इल्जाम पे जो उस पे बनता भी नहीं था, उसको ये कानून है पाकिस्तान का? या कानून तो ठीक ही है, कुछ बातें कानून के मुताबिक होती हैं और कुछ प्रेशर ग्रुप जो है वो कानून से मावरा प्रैक्टिस करते हैं। इन दोनों को मिक्स करके बयान हो जाता है जब लोग गुस्से में बयान करते हैं ना। बात यह है कि अहमदियों के मतलब जो कानून बना था ऑर्डिनेंस 2084 में, उसमें 4 या 5 चीजें थी। एक ये था कि आप अपने आप को मुसलमान ना कहें, दूसरा ये है कि मस्जिद को मस्जिद ना कहें या मस्जिद ना लिखें, और तीसरा अजान ना दें और तबलीग ना करें। अब ये जो बात है कि आपके जाके मीनारे तोड़ दें, आपको मस्जिद से अंदर से नमाज पढ़ते हुए गिरफ्तार कर लें, या कलमा जाके उसके ऊपर मस्जिद के अंदर कलमा लिखा हुआ है तो उसको जाके उसके ऊपर स्याही फेरना शुरू कर दें, ये प्रैक्टिस है लोगों की, कानून की नहीं। कानून ने ऐसा नहीं बताया। तो अगर लोगों ने ऐसा किया है या मस्जिद छीन ली है, मस्जिद के ऊपर कब्जा कर लिया, तो ये सारा लोगों के काम है, कानून ने ये नहीं कहा। वैसे आप कह रहे कानून तो सही है, मतलब इस लेकिन कानून का ये काम तो है ना कि जिस पे ज्यादती हो रही है उसको हटाना। नहीं, कानून चले कानून का नहीं होता ये। कानून जो है वो सिर्फ रहनुमाई करता है। कानून इंसाफ हुसैनी साहब, जी जी हुसैनी साहब, जी जी ये जो कानून है तौहीन रसालत का, या ये सिर्फ उन लोगों के लिए है जो किसी को नबी मानते हैं, या उन लोगों के लिए भी है जो लोग नबी, मतलब क्या ये सब नबियों के लिए ये कानून या सिर्फ एक नबी के लिए है? मेरा ख्याल है सिर्फ रसूलुल्लाह के लिए है। यानी कि बाकी नबियों को जो मर्जी कहते हैं उससे कोई फर्क नहीं पड़ता दुनिया को। या बिल्कुल। हाँ, ये ठीक है। या। और हुसैनी साहब आप कह रहे हैं ये सही है, यानी कि जो अपने को मुसलमान कह रहे हैं वो दुनिया को जो मर्जी कहते रहे, बाकी अंबिया को गालियां दें, उनको कोई फर्क नहीं पड़ता। उसका कानून में ये नहीं है। या माशाल्लाह, सुन लें जी कानून। ना जी, हुसैनी साहब आप कह रहे हैं ये सही है कानून, राइट? मैं ये सही का मतलब ये कि कानून है, उसको वो पसंद, सही से मुराद बार दफा होता है कि पसंद है या नापसंद है, और या कानून को मैं हटा सकता हूँ या बना सकता हूँ, ये अलग बात है। मैं सिर्फ इतना कह रहा हूँ कि जो 295C है वो नबी करीम सल्लल्लाहु अलैहि वसल्लम की तकरीम और तारीम के लिए है कि जो लोग रसूलुल्लाह की तौहीन के मुर्तकिब हों उनको ये सजाए मौत है। ये है बात, उसमें ये बयान किया। जो लोग ईसा के हों उनके लिए नहीं है ये। जी, जो लोग ईसा के हों, जो इब्राहिम के हों, उनके लिए ये कानून नहीं है। हाँ, उसका वो कानून नहीं है। जी, यानी कि वो जो मर्जी बाकी अंबिया को कहते हैं। अब ये जो वो उसका ये मतलब हुआ और फिर इससे ये नतीजा निकला और फिर इससे ये मुराद है कि हजरत हारून को गालियां दे कानून सकते हैं कि से नहीं, निकलता है ना, और ये 2-3 गालियां लिख के कि क्या ये गाली भी दे सकते हैं कि नहीं दे सकते। हाँ, ये फिर आगे छोटा रूट है। मेरी बात यहाँ खत्म है कि ये कानून इतना ही है। जी जी लेकिन हुसैनी साहब कुरान के मुताबिक जी तो सिर्फ एक ही शक है, अल्लाह ताला की तस्वीर नहीं आप कोई बना सकते, अल्लाह ताला के खिलाफ कोई ऐसी बात नहीं कर सकते, तो ये कानून ये नहीं है कानून। अल्लाह ताला की तस्वीर बनाएं या अल्लाह ताला को गालियां दें तो उसकी कोई कानून नहीं है। नहीं, क्या कुरान में कुछ ऐसी चीज है, ममानियत है ना इसकी? दो बातें, एक है कुरान में क्या लिखा है और एक है मुल्की कानून क्या है। दो बातों को आप मिक्स, आप स्पीड की वजह से दोनों को आप, वो हमारे एक होती थी पट्टे कुतरने वाली मशीन, उसमें कुछ जो पांद होते थे ना, कमाद के ऊपर वाला हिस्सा, उसको कुतरने में साथ थोड़ा सा सूखी कोई चीज भी डाल देते थे, वो इकट्ठा कुतरते थे उसको। तो वहाँ वो तो ठीक है, उसे कुतरा वो ठीक है, बैचों के लिए अच्छा है। लेकिन जब हम कानून की बात करते हैं तो हमें थोड़ा सा ब्रेकों पे, चेन पे, सारी चीजों पे नजर रखनी होती है कि हम जितनी बात कह रहे हैं उसका क्या मतलब है। इसलिए मैंने कहा था कुरान के मुताबिक, आपने गालिबन सुना नहीं, कुरान के मुताबिक। ये कुरान भाई, पाकिस्तान का इस्लाम से कोई ताल्लुक नहीं है यार, इसलिए कुरान के जो कानून है वो पाकिस्तान पे अप्लाई नहीं होते, ना पाकिस्तान के कानून कुरान के मुताबिक बनते हैं।
हुसैन साहब ये कहना चाह रहे हैं। अच्छा, जो मैं कुरान में कहना जो चाह रहा हूँ वो अल्लाह- मैं नहीं कह सकता। हाँ, जो मैं कह रहा हूँ। वो मैं कह रहा हूँ। मतलब नहीं, मेरी नहीं, तरफ से साहब- वो कह रहे हैं। हाँ जी, अर्थवाल साहब नहीं, नहीं, साहब जो कहना चाह रहे हैं वो कोई और बताएगा। हाँ वो मुफ्ती साहब बात ये है कि जो कानून जैसे आपने पूछा कि अल्लाह के लिए क्या कानून है, अंकल जल्दी चले गए। जी, कि अल्लाह के लिए क्या कानून है, तो हमारे आपने वास्ते चाहिए- राय अदब यूं भी और यूं भी अगर वो रहे तो सिर्फ- नाराजगी सिर्फ- तो होता है वो बैठे हुए क्यों हैं, और अगर वो चले गए तो चले क्यों गए? बिल्कुल बैठे क्यों चले गए क्यों तो गए दिल नहीं फिर लग ये रहा, भी। हैं? हुसैनी साहब, अगर चले जाए तो फिर ये चले क्यों गए? हुसैनी साहब लेकिन सीरियसली मैं तो तो यार आप नसीर साहब आप पाकिस्तान को क्या समझते हैं? नहीं, नहीं, एक मिनट, पाकिस्तान अकबाल साहब, एक मिनट। नहीं है एक मिनट वहाँ जरा, के इस्लाम, वहाँ के कानून को इस्लामी कानून ना कहें। प्लीज एक मिनट, मैं हुसैनी साहब से जरा मुखातिब हूँ क्योंकि मेरे मैंने मगर पाकिस्तान कानून को इस्लामी कानून ना कहें प्लीज। अच्छा देखिए, मैं हुसैनी साहब से ये पूछा था कि कुरान के मुताबिक जी, जो है आप अल्लाह ताला का कोई इमेज नहीं बना सकते, ठीक है ना? कुरान करीम में इमेज का मतलब तस्वीर बनाने की बात कर रहे हैं। हाँ, इमेज किसी किस्म का भी इमेज कह लें। तो ये कोई मुझे नहीं पता कि कोई ऐसी आयत है जिसमें लिखा हो ऐसी कोई आयत नहीं है, कोई आयत नहीं। अल्लाह ताला की तस्वीर नहीं अच्छा, बना कोई सकती पाबंदी नहीं है और इस्लाम के जितने भी कानून है ना, वो इस्लाम के कानून सारे कुरान मजीद में बयान कर दिए गए हैं। वो कोई ऐसा मसला नहीं है। बाकी ये जो कानून बनाते हैं ये अपने अपने मुल्की कानून हैं। बाद अपने मुफाद के लिए बनाते हैं, बाद अपनी नफरत के लिए बनाते हैं। ये मुख्तलिफ कानून बनते रहते हैं। वो इस्लामी कानून जो हैं वो तो सारे के सारे कुरान में पहले ही आ चुके हैं, जितने भी हैं। दलील भाई जिन्ने कानून 295 ये वो बने ने ना सारे 295 ये तो ड्रैग होए ने ਜਿਹੜੇ ਗੋਰਿਆਂ ਨੇ ਬਣਾਇਆ ਸੀ ਕਿ ਕਿਸੇ ਦੀ ਵੀ ਕਾਬਲੀ ਤੋਹੀਨ ਨਹੀਂ ਕਰਨੀ मतलब वही नहीं, वो तो कुरान ने भी बनाता था। वो तो कानून पहले कुरान ने भी किया था कि किसी दी मोहब्बत ਨੂੰ ਨਾ ਤੋੜੋ ਜਾਂ ਕਿਸੇ ਦੀ मोहब्बत ਅੱਛਾ ਹੁਸੈਨੀ ਸਾਹਿਬ ਅੱਜ ਮੈਂ ਸੁਣ ਰਿਹਾ ਸੀ ਕਿ ਉਹ ਅੰਸਰ ਰਜ਼ਾ ਸਾਹਿਬ ਜਿਹੜੇ ਨੇ ਨਾ जी जी ਉਹ ਕਹਿ ਰਹੇ ਨੇ ਕਿ ਮਸੀਹ ਮੌਦ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੁਰਾਨ ਜਿਹੜਾ ਸਾਡੇ ਕੋਲ ਮੌਜੂਦ ਹੈ ਤੇ ਅਸੀਂ ਕੁਰਾਨ ਤੋਂ ਹਦਾਇਤ ਹਾਸਲ ਕਰਨੇ ਆ ਤੇ ਇਸ ਲਈ ਸਾਨੂੰ ਮਸੀਹ ਮੌਦ ਨੂੰ ਉਹਨਾਂ ਦੇ ਜਿਹੜੇ ਤਹਿਰੀਰਾਤ ਨੇ ਉਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ। माशाअल्लाह। ਤੇ ਮਿਰਜ਼ਾ ਸਾਹਿਬ ਕੋਲੋਂ ਵੀ ਇਹ ਸਵਾਲ ਪੁੱਛਿਆ ਗਿਆ ਸੀ ਕਿ ਮਸੀਹ ਮੌਦ ਨੂੰ ਮੰਨਣ ਦੀ ਕੀ ਜ਼ਰੂਰਤ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਸੀ कौन सा मना किया है कि इतने दूसरी बरात की गल नहीं करनी। ਹਾਂਜੀ ठीक है पहले लेकिन मैं कह रहे हैं कि मसीह मौत को पूछा गया ਸੀ एक लफ्ज फाड़ लेंगे कि ਤੁਹਾਨੂੰ ਮੰਨਣਾ ਕਿਉਂ ਜ਼ਰੂਰੀ ਹੈ। ਅੱਛਾ ਉਹ ਯਾਰ ਗੱਲ ਤੇ ਸੁਣ ਲਓ, ਗੱਲ ਤੇ ਸੁਣ ਲਓ ਭਾਈਓ। ਇੱਕ ਮਿੰਟ ਐ ਮੈਂ ਮਸੀਹ ਮੌਦ ਨੇ ਮਸੀਹ ਮੌਦ ਕੋਲੋਂ ਪੁੱਛਿਆ ਮੈਂ ਕਿ ਤੁਹਾਨੂੰ ਮੰਨਣਾ ਕਿਉਂ ਜ਼ਰੂਰੀ ਹੈ। जिक्र इतने नहीं करना। ਠੀਕ ਹੈ ਅਬ ਨਹੀਂ ਕਰਦੇ। ਮਸੀਹ ਮੌਦ ਨੂੰ ਪੁੱਛਿਆ ਗਿਆ मैं ਸੀ कहना दूसरी बरात का जिक्र ही नहीं करना। ਉਹ ਗੱਲ ਤੇ ਸੁਣ ਲੈ। दूसरी बरात का जिक्र नहीं करना इतने। ਮਸੀਹ ਮੌਦ ਨੂੰ ਉਹ ਮਸੀਹ ਮੌਦ ਦੀ ਤਹਿਰੀਰ ਦੀ ਗੱਲ ਕਰ ਰਹੇ ਆ, ਬਰਾੜ ਦੀ ਗੱਲ ਨਹੀਂ ਕਰ ਰਿਹਾ। दूसरी साहब दूसरी बरात का जिक्र नहीं ਮਸੀਹ करना। ਮੌਦ ਨੂੰ ਪੁੱਛਿਆ ਗਿਆ ਸੀ ਕਿ ਤੁਹਾਡੇ ਕੋਲੋਂ ਤੁਹਾਨੂੰ ਮੰਨਣਾ ਕਿਉਂ ਜ਼ਰੂਰੀ ਹੈ। मसीह मौद की गल नहीं सुनोगे तुसी मिर्जाई बन के तो बात स्टार्ट करते हैं। मिर्जाई मसीह मौद की गल नहीं सुनोगे जिक्र नहीं करना। मिर्जाइयो एकदम मसीह मौद की गल नहीं सुनोगे ओ मिर्जाइयो मसीह मौद की गल नहीं सुनोगे तो मर्जियां बड़ी बदबख्त कौम है यार। मसीह मौद की गल नहीं सुनना चाहते तो मर्जियां जो बाहर नहीं आएगा तो बड़ा मसीह मौद की गल सुनना मिर्जाइयां वास्ते इंज ही है कि जिवें कोई मुसीबत पै गई है। मसीह मौद को पूछया करो कि तो मर्जियां जो क्यों बाहर सी मनी ਓਏ ਇੱਕ ਮਿੰਟ मर्जियां जो बाहर मसीह मौद को किसी ने पूछया कि ਤੁਹਾਡੇ ਕੋਲ क्यों मनी तो मर्जियां जो बाहर है बंदा तेन पूछो मसीह मौद तो सानू मर्जी करता रहना वा। मसीह मौद की गल नहीं सुननी। तुम्हें तो मिर्जा साहब मनन वाला तो तुम ही मर्जी आ। मसीह मौद को किसी ने पूछया ये मर्जी नहीं है। पहले मसीह मौद को किसी ने पूछया नहीं हैगा ਤੁਹਾਨੂੰ ਕੀ ਜ਼ਰੂਰਤ ਹੈ ਕਿ ਤੁਹਾਨੂੰ ਅਸੀਂ मर्जी ਮੰਨੀਏ। ਇਸੇ ਵਾਸਤੇ ਕਿਹਾ ਜਾਂਦਾ ਹੈ ਨਾ ਕਿ ਮਿਰਜ਼ਾ ਸਾਹਿਬ ਨੂੰ ਅਸੀਂ ਮੰਨਣ ਵਾਲੇ ਆ। ਕਿ ਮਸੀਹ ਮੌਦ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਅਸੀਂ ਕਿਉਂ ਕਰਦਾ ਰਹਿੰਦਾ ਵਾ। ਇਹ ਮਿਰਜ਼ਾਈ ਜਿਹੜੇ ਮਸੀਹ ਪਹਿਲਾਂ ਮੌਦ ਤੂੰ ਦੀ ਗੱਲ ਆਪਣਾ ਆਪ ਨਹੀਂ ਦੱਸ ਸੁਣਨਾ ਤੂੰ ਮਰਜ਼ਈ ਹੈ ਕਿ ਨਹੀਂ ਹੈ। ਇਹ ਮਿਰਜ਼ਾਈ ਮਸੀਹ ਮੌਦ ਦੀ ਨਹੀਂ ਗੱਲ ਤੂੰ ਨਹੀਂ ਸੁਣਨਾ ਮਰਜ਼ਈ ਚਾਹੁੰਦਾ। ਹੈ ਕਿ ਨਹੀਂ ਹੈ। ਅੱਛਾ ਮਸੀਹ ਮੌਦ ਨੂੰ ਕਿਸੇ ਨੇ ਪੁੱਛਿਆ
تو ਪਹਿਲਾਂ ਇਹ ਦੱਸ ਤੂੰ ਤੁਹਾਨੂੰ ਮੰਨਣ ਦੀ ਕੀ ਜ਼ਰੂਰਤ ਪਹਿਲਾਂ ਹੈ? ਇਹ ਦੱਸ ਤੂੰ ਮਰਜ਼ਈ ਹੈ ਕਿ ਨਹੀਂ ਹੈ? ਉਹ ਪਹਿਲਾਂ ਹੀਜੜੇ ਆਪਣਾ ਖਲੀਫਾ ਦੇ ਫੈਸਲਾ ਪੈਰੋਕਾਰ ਚੁੱਪ ਕਰਨਾ। ਕਰ ਜਾ, ਹੀਜੜੇ ਖਲੀਫਾ ਨਹੀਂ ਦੇ ਨਹੀਂ ਤੂੰ ਇਹ ਦੱਸ ਨਾ ਤੂੰ ਮਰਜ਼ਈ ਹੈ ਕਿ ਨਹੀਂ ਹੈ? ਪਹਿਲਾਂ ਇਹ ਦੱਸ ਤੂੰ ਮਿਰਜ਼ਾ ਸਾਹਿਬ ਅੱਛਾ, ਮਸੀਹ ਮੌਤ को किसी ने पूछा कि ਤੁਹਾਨੂੰ ਨਹੀਂ ਕਿਉਂ ਤੂੰ ਮੰਨੀ ਮਰਜ਼ਈ ਹੈ ਕਿ ਨਹੀਂ ਹੈ? ਇੱਧਰ ਬੋਲਦਾ ਉਹ ਹਰਾਮ ਦੀ ਔਲਾਦ, ਚੁੱਪ ਕਰ ਜਾ, ਤੇਰੀ ਗੁੰਗ ਹੋ ਜਾਂਦੀ ਹਰਾਮ ਦੀ ਔਲਾਦ, ਹੀਜੜੇ ਖਲੀਫਾ ਦੇ ਪੈਰੋਕਾਰ ਚੁੱਪ ਕਰ ਜਾ। ਆ ਦੇਖਿਆ ਨਾ ਮੈਂ ਮਸੀਹ ਮੌਤ ਦੀ ਗੱਲ ਕਰ ਰਿਹਾ, ਤੈਨੂੰ ਟੱਟੀਆਂ ਲੱਗ ਜਾਂਦੀਆਂ ਮਸੀਹ ਮੌਤ ਦਾ ਨਾਮ ਪਹਿਲਾਂ ਫੈਸਲਾ ਕਰ ਵੀ ਤੂੰ ਮਸੀਹ ਮੌਤ ਦੀ ਗੱਲ ਸੁਣਾਈਏ ਤੇ ਤੁਹਾਨੂੰ ਮਿਰਜ਼ਾਈਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ। ਉਹ ਸਾਨੂੰ ਦੇਖੋ ਕੀ ਹਾਲ ਹੋਇਆ, ਮਿਰਜ਼ਾਈ ਕਿਵੇਂ ਆਪਣੀ ਲੜ ਰਹੇ ਨੇ ਕਿ ਮਸੀਹ ਮੌਤ ਦੀ ਅਸੀਂ ਗੱਲ ਨਹੀਂ ਸੁਣਦੇ। ਤੂੰ ਮਰਜ਼ੀ ਹੈ ਕਿ ਨਹੀਂ ਹੈ? ਤੂੰ ਆਪਣੀ ਗੱਲ ਕਰ। ਕੌਮ ਹੈ, ਮਿਰਜ਼ਾਈਆਂ ਦੀ ਕੌਮ ਹੈ, ਵਾਲਾ ਹੈ ਕਿ ਨਹੀਂ? ਕਹਿੰਦੇ ਨੇ ਮਸੀਹ ਮੌਤ ਦੀ ਗੱਲ ਨਹੀਂ ਮੰਨਦਾ ਮਿਰਜ਼ਾ ਸਾਹਿਬ ਨੂੰ, ਜਾਂ ਕਹਿੰਦੇ ਮਸੀਹ ਮੌਤ ਫਰਮਾ ਰਹੇ ਨੇ। हाँ जी, या तो 10 पहला मसीह मौद को पूछा गया कि हम अल्लाह और किताब कुरान शरीफ और उसके रसूल को सिद्ध के दिल से मानते हैं, नमाज रोजा वगैरह अमाल भी बजा लाते हैं, फिर हमें क्या जरूरत है कि आपको भी माने? मसीह मौद ने फरमाया कि देखो, मसीह मौद ने फरमाया देखो जिस तरह शख्स वहाँ पे फिर वो वहाँ बातें करें, फिर आके सुना वो बातें। मसीह मौद ने फरमाया देखो जिस तरह जो शख्स वो जो उन्होंने कहा था वो बड़ा भी तुसी हरामजादे हो वैसे मिर्जाई, वो ला के सुना। मसीह मौद की गल सुनना ही नहीं चाहते तुसी। वो पद वाली मिर्जाइयो कैसी कुत्ती कौम हो तुसी? ਤੁਹਾਡੇ ਮੁਤਲਕ ਕੀ ਕਿਹਾ ਹੈ ਕਿ ਸੂਰ ਤੁਹਾਡੇ ਪਿਓ ਨੇ ਤੇ ਮਾਂ ਤੁਹਾਡੀਆਂ ਉਹ ਤੇ ਕੁੱਤੀਆਂ। ਸਾਫ਼ ਕਹਿਤਾ ਦਾ ਵੀ ਜਿਹੜਾ ਕਿਸੇ ਨੂੰ ਕੁਝ ਕਹਿੰਦਾ ਉਹੀ ਆਪ ਹੁੰਦਾ ਵਾ, ਤੇ ਇਹਦੇ ਚ ਕਿਹੜੀ ਗੱਲ ਜੇ ਤੂੰ ਠੀਕ ਹੈ, ਕਹਿੰਦੇ ਤਾਂ ਹੀ ਦੂਜੇ ਉਹ ਮਿਰਜ਼ਾਈ ਹੁਣ ਸੁਣ ਲੇਗਾ ਮਸੀਹ ਮੌਦ ਦੀ ਗੱਲ। ਜੋ ਅਲਫਾਜ਼ ਉਹ ਮਿਰਜ਼ਾਈ ਨੇ ਗੰਦੇ ਅਲਫਾਜ਼ ਤੇਰੀ ਮਸੀਹ ਮੌਦ ਦੀ ਗੱਲ ਸੁਣ ਲੇਗਾ ਹੁਣ ਮਿਰਜ਼ਾਈ। ਨਹੀਂ ਤੇਰੇ ਅਲਫਾਜ਼ਾਂ ਤੋਂ ਪਤਾ ਲੱਗ ਜਾਂਦਾ ਵਾ ਕਿ ਤੂੰ ਕਿਹੜੀ ਤੈਨੂੰ ਟੱਟੀਆਂ ਹੀ ਲੱਗਣਗੀਆਂ। ਮਸੀਹ ਮੌਦ ਦਾ ਨਾਮ ਸੁਣ ਮੇਰਾ ਕੇ ਲੱਗਦਾ ਤੈਨੂੰ ਤੇਰੀ ਟੱਟੀਆਂ ਸ਼ਾਇਦ ਲੱਗਣਗੀਆਂ। ਪਦਾਇਸ਼ ਹੀ ਟੱਟੀ ਖਾਨੇ ਚ ਹੋਈ ਆ। ਉਹ ਕਹਿੰਦੇ ਚੱਲ ਤੇਰੀ ਟੱਟੀਆਂ ਕਰ ਲੈ ਤੂੰ ਆਪਣੀਆਂ ਪਹਿਲਾਂ। ਜਿਹੜਾ ਹਰ ਵੇਲੇ ਤੈਨੂੰ ਟੱਟੀ ਉਹ ਮਿਰਜ਼ਾਈ ਹਰਾਮੀ ਟੱਟੀਆਂ ਤੋਂ ਕਰ ਲੈ, ਚੱਲ ਤੇਰੀ ਟੱਟੀਆਂ ਕਰ ਲੈ ਟੱਟੀ ਪਹਿਲਾਂ। ਖਾਨੇ ਤੇ ਨਹੀਂ ਹੋਈ ਜਿਹੜਾ ਹਰ ਵੇਲੇ ਤੈਨੂੰ ਟੱਟੀ ਟੱਟੀ ਯਾਦ ਆਉਂਦੀ ਰਹਿੰਦੀ ਆ। मसीह मौद को किसी ने पूछा कि ਤੁਹਾਨੂੰ ਅਸੀਂ ਕਿਉਂ ਮੰਨੀਏ? मसीह मौद ने फरमाया देखो जिस तरह जो शख्स अल्लाह और उसके रसूल ਪੜਨਾ ਹੁੰਦਾ ਵਾ, देखो जिस तरह जो शख्स ਪੜਨਾ ਹੁੰਦਾ ਉਰਦੂ, ਉਹ ਹਰਾਮੀ ਚੁੱਪ ਕਰ ਜਾ। ਪੜਨੀ ਹੁੰਦਾ ਵਾ। देखो जिस तरह जो शख्स अल्लाह ਵਾ ਤੇ ਦੂਜਿਆਂ ਨੂੰ पढ़ भी ले, आवाज आ रही है, समझ आ ਉਹ रही है? ਮਸੀਹ ਮੌਦ ਦੀ ਗੱਲ ਸੁਣਾ ਰਹੇ ਯਾਰ। ਨਹੀਂ ਤੇ ਤੂੰ ਆਪ ਹਰਾਮਦਾ ਵਾ ਜਿਹੜਾ ਦੂਜਿਆਂ ਨੂੰ ਹਰਾਮ ਉਹ ਜਿਹੜੇ ਖਲੀਫਾ ਦੇ ਪੈਰੋਕਾਰ ਚੁੱਪ ਕਰ ਜਾ। ਟੱਟੀ ਟੱਟੀ ਲਾਈ ਦਾ ਇਖਨਾਰ ਵੇਲੇ ਜਿਹੜੇ ਖਲੀਫਾ ਦੇ नहीं, वो पैरोकार कहते रहे ना, आवाज आ- मसीह समझ मौद की आ गल रही है। सुना रहे हैं। देखो जिस तरह जो शख्स अल्लाह और उसके रसूल और किताब को मानने का दावा करके उनके अहकाम की तफसीलात मसलन नमाज रोज़ा हज ज़कात तकवा तहारत को बजा न लावे और उन अहकाम को जो तज़किया नफ्स तर्क शर और हसूल खैर के मुतालिक नाफिज हुए हैं छोड़ दे, वो मुसलमान कहलाने का मुस्तहिक नहीं है और इस पर ईमान के जेवर से आरास्ता होने का इतलाक सादिक नहीं आ सकता। इसी तरह जो शख्स मसीह मौत को नहीं मानता या मानने की ज़रूरत नहीं समझता वो भी हकीकत इस्लाम और गायत नबूवत और गर्ज रिसालत से बेखबर महज है और वो इस बात का हकदार नहीं है कि उसको सच्चा मुसलमान खुदा और उसके रसूल का सच्चा ताबेदार और फर्मा बरदार कह सकें, क्योंकि जिस तरह से अल्लाह ताला ने हज़रत सल्लल्लाहु अलैहि वसल्लम के ज़रिए से कुरान शरीफ में अहकाम दिए हैं, इसी तरह से आखिरी ज़माना में एक आखिरी खलीफा के आने की पेशगोई भी बड़े ज़ोर से बयान फरमाई है और उसके ना मानने वाले और उससे इनहराफ करने वालों का नाम फासिक रखा है। कुरान और हदीस के अल्फाज में फ़र्क जो कि फ़र्क नहीं बल्कि अल्फाज दीगर कुरान शरीफ के अल्फाज की तफसीर है, सिर्फ ये है कि कुरान शरीफ में खलीफा का लफ्ज़ बोला गया है और हदीस में इसी खलीफा आखिरी को मसीह मौत के नाम से ताबीर किया गया है। बस कुरान शरीफ ने जिस शख्स के मबूस करने के मुतल्लिक वादे का लफ्ज़ बोला है और इस तरह से उस शख्स की बेइज्जत को एक रंग की अजमत अता की है, वो मुसलमान कैसा है जो कहता है कि हमें उसके मानने की ज़रूरत ही क्या है। खुलफा के आने को अल्लाह ताला ने क़यामत तक लंबा किया है और इस्लाम में ये एक शर्फ और ख़ुसूसियत है कि उसकी तायीद और तजदीद के वास्ते हर सदी पर मुजद्दद आते रहे और आते रहेंगे। देखो
اللہ تعالیٰ نے حضرت صلی اللہ علیہ وسلم کو حضرت موسیٰ علیہ السلام سے تشبیہ دی ہے، جیسا کہ کما کے لفظ سے ثابت ہوتا ہے۔ شریعت موسوی کے آخری خلیفہ حضرت عیسیٰ تھے، جیسا کہ وہ خود فرماتے ہیں کہ میں آخری اینٹ ہوں۔ اسی طرح شریعت محمدی میں بھی اس کی خدمت اور تجدید کے واسطے ہمیشہ خلفاء آئے اور قیامت تک آتے رہیں گے، اور اسی طرح سے آخری خلیفہ کا نام بالحاظ مشابہت اور بالحاظ مفوضہ خدمت کے مسیح موعود رکھا گیا ہے۔ اور پھر یہی نہیں کہ معمولی طور سے اس کا ذکر کر دیا ہو، بلکہ اس کے آنے کے نشانات تفصیلاً کل کتب سماوی میں بیان فرما دیے ہیں، بائبل میں، انجیل میں، احادیث میں، اور خود قرآن شریف میں اس کی آمد کی نشانیاں دی گئی ہیں، اور ساری قومیں یہودی، عیسائی اور مسلمان متفق طور پر اس کی آمد کے قائل اور منتظر ہیں۔ اس کا انکار کر دینا کس طرح اسلام ہو سکتا ہے؟ پھر جبکہ وہ ایک ایسا شخص ہے کہ اس کے واسطے آسمان پر بھی اللہ تعالیٰ نے اس کی تائید میں نشان ظاہر کیے اور زمین پر بھی معجزات دکھائے۔ اس کی تائید کے واسطے تعاون آیا اور کسوف و خسوف اپنے مقررہ وقت پر بموجب پیشگوئی عین وقت پر ظاہر ہو گیا۔ تو کیا ایسا شخص جس کی تائید کے واسطے آسمان نشان ظاہر کرے اور زمین الوقت کہے، وہ کوئی معمولی شخص ہو سکتا ہے کہ اس کا ماننا اور نہ ماننا برابر ہو، اور لوگ اسے نہ مان کر بھی مسلمان اور خدا کے پیارے بندے بنے رہیں؟ ہرگز نہیں۔ یاد رکھو کہ موعود کے آنے کی کل علامات پوری ہو گئی ہیں۔ طرح طرح کے مفاسد نے دنیا کو گندا کر دیا ہے۔ خود مسلمان علماء اور اکثر اولیاء نے مسیح موت کے آنے کا یہی زمانہ لکھا ہے، جو وہ 14ویں صدی میں آئے گا۔ حجج الکرامہ میں بھی اسی 14ویں صدی کے متعلق لکھا ہے، اور کوئی بھی نہیں جو اس صدی سے آگے بڑھا ہو۔ 13ویں صدی سے تو جانوروں نے بھی پناہ مانگی تھی، اور لکھا ہے کہ اب 14ویں صدی مبارک ہوگی۔ اس قدر متفقہ شہادت کے بعد بھی جو کہ اولیاء اور اکثر علماء نے بیان کی، اگر کوئی شبہ رکھتا ہے تو اسے چاہیے کہ قرآن شریف میں تدبر کرے اور سورہ نور کو غور سے مطالعہ کرے۔ دیکھو، جس طرح حضرت موسیٰ سے 1400 برس میں بعد حضرت عیسیٰ آئے تھے، اسی طرح یہاں بھی حضرت محمد صلی اللہ علیہ وسلم کے بعد 14ویں صدی میں مسیح موعود آیا ہے۔ اور جس طرح حضرت عیسیٰ علیہ السلام سلسلہ موسوی کے خاتم الخلفاء تھے، اسی طرح ادھر بھی مسیح موعود خاتم الخلفاء ہوگا۔ جی، ماشاء اللہ، نعرہ تکبیر، اللہ اکبر، اللہ اکبر، اللہ اکبر، تاجدار ختم نبوت زندہ باد، زندہ آباد۔ زندہ آباد۔ ماشاءاللہ ماشاءاللہ۔ اصل میں انکل ٹی سی بڑے کول مائنڈڈ طریقے سے سٹارٹ کرتے ہیں، لیکن پتہ نہیں کیوں بڑی جلدی ٹیمپر لوز کر دیتے ہیں۔ وہ آپ کے مرزائی ہیجڑے جو ہیں نا، وہ شور ڈال دیتے ہیں کہ مسیح موت کی کتاب نہیں پڑھنی یہاں پہ۔ نہیں، آپ دیکھیں کتنی ان ہیجڑوں نے کیسا شور ڈالا ہوا تھا۔ میرا خیال کہ 15 منٹ شور ڈالتے ہیں کہ مسیح موت کی بات نہیں پڑھنی سننی، نہیں، وہ ان کو ٹٹیاں لگ جاتی ہیں مسیح موت کی بات سننے۔ اب انصر رضا کہتا ہے مسیح موت کی ہمیں ضرورت نہیں ہے، قرآن ہمارے پاس ہے، ہم نے وہ پڑھیں گے تو ہم خود ہی ہدایت لے لیں گے۔ وہ کہتے ہیں مسیح موت کی کسی تحریر کو آپ پیش نہیں کر سکتے کیونکہ مسیح موت کی ہمیں ضرورت نہیں ہے، ہمارے پاس قرآن موجود ہے۔ پرابلم ہے نا، تو یہ تکلیف ہے مرزائیوں کو کہ مسیح موت کے نام سے ان کو ٹٹیاں لگتی ہیں، روحانی خزائن سنتے ہی شور ڈال دیتے ہیں، ہم نے نہیں سننا، ہم نے نہیں سننا، ہم نے نہیں سننا۔ 15 منٹ تک شور ڈالتے رہے ہیں کہ ہم نے مرزا صاحب کی تحریر نہیں سننی۔ آخر وہ تھک گئے تو پھر میں نے پڑھی ہے۔ یہ حالت ہے تم مرزائیوں کی۔ لعنت ہے ایسی قوم پہ جو حکم و عدل تو مانتا ہے اور اس کی تحریر سے تمہیں ٹٹیاں لگتی ہیں۔ بس زبان بند کر کے بیٹھو۔ کیوں؟ جو خبیث ہیں ان کو خبیث نہ کہیں، جنہوں نے مظاہرہ بھی کیا ابھی آپ کے سامنے۔ ہماری نظر میں تم خبیث ہو۔ عیسائی کو مشرک کہیں گے اور فاسق مجدد کے منکر کو فاسق کہیں گے، یہ تو قرآن مجید کہہ رہا ہے وَمَنْ كَفَرَ بَعْدَ ذَلِكَ فَأُولَٰئِكَ هُمُ الْفَاسِقُونَ۔ یہ مرزائی ہیجڑے سارے کے سارے فاسق، ان کا خلیفہ ہیجڑا ہے تو لفظ ہمیں بھی آتے ہیں۔ ہیجڑا کو باہر نکالو،
ਹਾਂ ਤੇ ਰੋਟੀਆਂ ਚੈੱਕ ਕਰਨ ਵਾਸਤੇ ਤੁਸੀਂ ਹੀਜੜਾ ਰੱਖਿਆ ਆਪਣਾ ਹੀਜੜੇ ਨੂੰ ਬਾਹਰ ਕੱਢੋ ਮੋਬਾਈਲਾਂ ਦਾ ਚੈਲੰਜ ਕਬੂਲ ਕਰੇ ਹੀਜੜੇ ਨੂੰ ਕਹੋ ਰੋਟੀਆਂ ਚੈੱਕ ਕਰਨੀਆਂ ਬੰਦ ਕਰ मोबाइल का चैलेंज कबूल कर बाहर निकल अपने हुजरे से बाहर निकल मिर्जाई खलीफा को जो कहेगा उसको और आके तो मुकाबला कर कम हुसैनी साहब आप बना लें। लेकिन मुबाला होगा किस चीज पे ये तो समझ नहीं आ रही। तारिक चौहान साहब किस चीज का मुबाला करण के जम्बा साहब उन्होंने असूल भी देता है हाँ जी जैसी चीज मुकाबला करना है। मिर्जा मसूर कहना मैं खुदा दा खुद बनाया है खलीफा है जंबा साहब कहते मैं खुदा दा बनाया खलीफा है ਤੇ ਜੇ ਇੱਕੋ ਹੀ ਚੀਜ਼ ਅਸੀਂ ਕਹਿ ਰਹੇ ਹਾਂ ਤਾਂ ਠੀਕ ਹੈ ਅੱਲਾਹ ਦੇ ਸਾਹਮਣੇ ਅਸੀਂ ਮੁਕਾਬਲਾ ਕਰਨੇ ਆ ਤੁਸੀਂ ਬਾਹਰ ਨਿਕਲੋ ਔਰ ਤੁਸੀਂ ਵੀ ਉਹੀ ਗੱਲਾਂ ਕਰੋ ਜਿਹੜੀਆਂ ਮੈਂ ਦਸੀਆਂ ਨੇ ਕਿ ਅਗਰ ਜਿਸ ਅਕੀਦਾ ਨੂੰ ਤੁਸੀਂ ਪੇਸ਼ ਕਰ ਰਹੇ ਹੋ ਅਗਰ ਉਹ ਗਲਤ ਕੀਤਾ ਤੇ ਖੁਦਾ ਤੁਹਾਡੇ ਤੇ ਲਾਨਤ ਪਾਏ यार गालियां वो नहीं निकले लानत पाई खुदा ने। ये तो मोबाइल मिर्जा साहब ने किया है मैदान में निकलना किसी मुखन्नस का काम नहीं है। तो ਹੀਜੜਾ ਜਿਹੜਾ ਘਰ ਬਹਿ ਕੇ ਕੁੜੀਆਂ ਦੀਆਂ ਰੋਟੀਆਂ ਚੈੱਕ ਕਰ ਰਿਹਾ ਉਹ ਹੀਜੜਾ ਨਿਕਲਿਆ ਤੇ ਹੀਜੜਾ ਕਦੀ ਖੁਦਾ ਦਾ ਬਣਾਇਆ ਖਲੀਫਾ ਨਹੀਂ ਹੋ ਸਕਦਾ। ਇਹਦਾ ਮਤਲਬ ਫੈਸਲਾ ਹੋ ਗਿਆ ਜੀ ਕੋਈ ਹੀਜੜਾ ਖੁਦਾ ਦਾ ਬਣਾਇਆ ਖਲੀਫਾ ਨਹੀਂ ਹੁੰਦਾ। बदजात शकील ਮਿਰਜ਼ਾ ਮਸਰੂਰ ਹੀਜੜਾ ਨਿਕਲਿਆ ਇਹਦਾ ਮਤਲਬ ਹੈ ਕਿ ਉਹਦਾ ਇਹ ਦਾਵਾ ਕਿ ਉਹ ਖੁਦਾ ਦਾ ਬਣਾਇਆ ਖਲੀਫਾ ਝੂਠਾ ਹੈ। ਇਹੀ ਸਾਬਤ ਕਰਨਾ ਸੀ ਸਾਬਤ ਹੋ ਗਿਆ ਤੇ ਮਿਰਜ਼ਾਈ ਉਸੇ ਹੀਜੜੇ ਨੂੰ ਗਲੇ ਨਾਲ ਲਾ ਕੇ ਬੈਠੇ ਹੋਏ ਨੇ ਇਹ ਮੋਬਾਈਲ ਹੈ ਔਰ ਖੁਦ ਵੀ ਹੀਜੜੇ ਨੇ ਇਸ ਲਿਹਾਜ਼ ਨਾਲ ਜੀ सच ये मोबाइल है क्यों से नहीं सर फिर मुनाजरा तो ना है ना मोबाइल है जी है जो तारक चौहान कोई मुबाला जड़ा है वो इस तरह समझा जाता है कि 1 साल के अरसे के अंदर एक दूसरे के उत्ते अल्लाह ताला दी मदद मंगी जाए लानत पाई जाए जड़ा झूठा है ਉਹਦੇ ਤੇ कोई मुबासा नहीं होंदा ना मुनाजरा होंदा बल्कि वो सिर्फ दुआ होंदी है। मुबासा जड़ा है वो लिख के भी हो सकता है जुबानी भी हो सकता है। मोबाइल है सेंसर मैं क्या सी मोबाइल है मोबाइल वास्ते 1 साल की मुद्दत और दुआ दो तरफा दो पार्टियां एक दूसरे ते लानत पान और 1 साल का इंतजार करन ये समझा गया है वल्लाह आलम बिस्वाब की है वो लेकिन नॉर्मली तौर पर समझा जाता है मशहूर है कि इसका नाम मुबाला है। लेकिन सेंसर जंबे साहब को बंदा भी तो 40,000 होना चाहिए ना एक वो खलीफा ने ना दे जमात दे बहुत बड़ी तादाद है ना ते वो किस तरह करेंगे ये भी तो नाल मैचिंग भी तो नहीं हो रही या तो जंबा साहब नहीं हो गए फॉलोइंग बहुत ज्यादा हो गई कोई चैंपियन होवे कुश्ती दा ओनु कोई पहलवान दवे कि भी आ मेरे नाल मुकाबला कर ਉਹ ਕਹੇ ਨਹੀਂ ਮੈਂ ਤਾਂ ਬਹੁਤ ਵੱਡਾ ਪਹਿਲਵਾਨ ਆ ਮੈਂ ਤੇਰੇ ਨਾਲ ਕਿਵੇਂ ਮੁਕਾਬਲਾ ਕਰ ਸਕਣਾ ਤੇ ਉਹਨੂੰ ਇਹੀ ਕਹੇਗਾ ਕਿ ਪਹਿਲਵਾਨ ਜੀ ਤੁਸੀਂ ਹੀਜੜੇ ਹੋ ਕਿਉਂਕਿ ਇਹ ਕਦੇ ਨਹੀਂ ਹੁੰਦਾ ਕਿ ਇੱਕ ਵੱਡਾ ਚੈਂਪੀਅਨ ਨੂੰ ਕੋਈ ਚੈਲੰਜ ਕਰੇ ਤਾਂ ਉਹ ਕਹੇਗਾ ਨਹੀਂ ਜੀ ਨਹੀਂ ਤੁਸੀਂ ਪਹਿਲੇ ਆਪਣੀ ਤਾਕਤ ਦਿਖਾਓ ਆਪਣੀ ਅਹਿਲ ਕਰਕੇ ਲਾਓ ਤਾਂ ਕभी ਉਹ ਜ਼ਾਹਿਰ ਚੈਲੰਜ ਕੀਤਾ ਉਹਨੇ ਕਰਨਾ ਕਿਉਂਕਿ ਉਹਨੇ ਆਪਣੇ ਟਾਈਟਲ ਨੂੰ ਡਿਫੈਂਡ ਕਰਨਾ ਅਗਰ ਉਹ ਨਹੀਂ ਡਿਫੈਂਡ ਕਰੇਗਾ ਤਾਂ ਜ਼ਾਹਿਰ ਉਹ ਲੋਕਾਂ ਦੇ ਸਾਹਮਣੇ ਤੇ ਉਹ ਨਹੀਂ ਨਾ ਬਣੇਗਾ ਚੈਂਪੀਅਨ। इसलिए ऐसे शख्स ਨੂੰ ਅਸੀਂ ਹੀਜੜਾ ਹੀ ਕਹਾਂਗੇ ਜਿਹੜਾ ਕਹੇਗਾ ਨਹੀਂ ਜੀ ਨਹੀਂ ਮੇਰੇ ਵੱਡੀ ਦਾੜੀ ਲੈ ਕੇ ਆ ਮੇਰੇ ਵੱਲੋਂ ਪਹਿਲੇ ਫੇਸ਼ੀਅਲ ਕਰਾ ਕੇ ਆ ਫਿਰ ਮੈਂ ਤੇਰੇ ਨਾਲ ਕਰਾਂਗਾ ਤੇ ਐਸੇ ਨੂੰ ਕਹਾਂਗੇ ਕਿ ਤੂੰ ਹੀਜੜਾ ਮੁਕਾਬਲਾ ਨਹੀਂ ਕਰ ਸਕਦਾ। ਤੇ ਮਿਰਜ਼ਾ ਮਸੂਦ ਜਿਹੜਾ ਹੀਜੜਾ ਹੋ ਗਿਆ ਤੁਸੀਂ ਦੇਖੋ 2003 ਤੋਂ ਬਣਿਆ ਹੈ ਮਿਰਜ਼ਾ ਹੀਜੜਾ ਖਲੀਫਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਕਿਸੇ ਨਾਲ ਕੋਈ ਡਾਇਲੌਗ ਨਹੀਂ ਕੀਤਾ ਹਾਂ ਘਰ ਦੇ ਵਿੱਚ ਬਹਿ ਕੇ ਰੋਟੀਆਂ ਚੈੱਕ ਕਰਦਾ ਔਰ ਲੜਕੀਆਂ ਦੇ ਨਾਲ ਖੇਡਾਂ ਖੁੱਡਾ ਕਰ ਲੈਂਦਾ ਛੋਟੇ ਛੋਟੇ ਮੁੰਡਿਆਂ ਨਾਲ ਖੇਡਾਂ ਕਰ ਲੈਂਦਾ ਬਸ ਇਹ ਉਹ ਕਰ ਲੈਂਦਾ ਇਹ ਸਮਝਦੇ ਨੇ ਮਿਰਜ਼ਾਈ ਖਲੀਫਾ ਦੇ ਇਹੀ ਕੰਮ ਹੁੰਦਾ ਹੈ ਅਸੀਂ ਐਸੇ ਲਈ ਆਪਣਾ ਖਲੀਫਾ ਬਣਾਇਆ ਖੇਡਾਂ ਖੁੱਡਾ ਕਰਨ ਵਾਸਤੇ डिस्कनेक्ट क्यों नहीं करते हुसैनी साहब जमात ऐसे अन्य ਜਿਹੜੇ ਨੇ ਅੱਖਾਂ ਦੇ ਜਿਹੜੇ ਇੱਕ ਜਾਹਿਲ ਨੂੰ ਆਪਣਾ ਖੁਦਾ ਦਾ ਖਲੀਫਾ ਸਮਝਦੇ ਨੇ ਝੁੱਡੂ ਜਿਹਨੂੰ ਗੱਲ ਕਰਨ ਨਹੀਂ ਆਉਂਦੀ ਠੀਕ ਹੈ ਜਿਹੜਾ ਕਹਿੰਦਾ ਕਾਲੇ ਦੁਪੱਟੇ ਵਾਲੀ ਖੜੀ ਹੋ ਜਾ ਲਾਲ ਦੁਪੱਟੇ ਵਾਲੀ ਖੜੀ ਹੋ ਜਾ ਵੀ ਇਸਕੋ ਤਾਂ ਬੇਸਿਕ ਮੈਨਰਸ ਨਹੀਂ ਆਤੇ ਉਹਨੂੰ ਕਹਿੰਦੇ ਤੁਸੀਂ ਖੁਦਾ ਨੇ ਖਲੀਫਾ ਬਣਾਤਾ ऐसा जाहिल शख्स को दी खुदा दा खलीफा हो सकता है जिन्हों ना कोई इल्म है ना उन्होंने कुरान पढ़ना आता है ना उन्होंने तकरीर करनी आती है वो कभी किसी दिन गल ही नहीं कर सकता। आज तक 2003 तो लैके 2025 हो गए ने अक्सर लोगों ने उन्होंने कहा है कि आओ साडे नाल गल करो मजाल है कि वो अपने हुजरे तो बाहर निकले उत्थे ही बह के कुड़ियां मुंडियां नाल खेडा करदा रहंदा बस मिर्जाई कहंदे ने जी बा हमारा खलीफा बड़ी दीन दी तजदीद कर रहा है वो केड़ी तजदीद उन्हें कीती है भी
सिवाय रोटियां चेक करन दे। विजन है ये तुम्हारी रोटी नरम है, ये गरम है, ये सेक लगवा के लाओ, बस यही है ਉਹਦੇ ਕੋਲ। ठीक है मतलब ठीक है, हम थोड़ा सा वो वह लगेंगे ऐसे गालियों देने वाले और दूसरों को बड़ा बड़ा कहने वाले, दिल नहीं करता इनकी बातें आदमी सुने। जी माशाल्लाह। ये इस बंदे ने ना एक दिन में एक बार अपना गुबार निकालना होता है, इसको नहीं चैन आता, क्या करे। जी जी हुसैन अपना साहब, गुबार निकालना होता है बस। जी हुसैन साहब, ये कुरान जो है वो क्या ब्लड लाइन खलीफा का सपोर्ट करता है? नहीं 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 करता। ਸਾਨੂੰ ਸਭ ਅਸੀਂ ਚੁੱਪ ਕਰਕੇ ਸੁਣਦੇ ਹੁੰਨੇ ਆ, ਤੇ ਨਾਲ ਅਸੀਂ ਵੀ ਆ ਜਨੇ ਥੱਲੇ ਜਾਣਾ ਪੈ ਜਾਂਦਾ ਤੇ ਅਸੀਂ ਤਾਂ ਸਿਰ ਸੁਣਨੇ ਆ, ਫਿਰ ਅਸੀਂ ਤਾਂ ਗੁਫ਼ਤਗੂ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, वैसे ਲੇਕਿਨ मैं अली वाला साहब हुसैन साहब ने क्या भी मैं क्या क्लास में ਜਦੋਂ ਕੋਈ ਬੱਚਾ ਬਦਤਮੀਜ਼ੀ ਕਰਨਾ ਹੈ ਕੋਈ ਵੀ ਤੇ ਉਸ ਨੂੰ ਟੀਚਰ ਸਜ਼ਾ ਦੇਣਾ ਹੈ, ਬਾਹਰ ਕੱਢ ਦੇਣਾ ਹੈ, ਤੇ ਲੇਕਿਨ ਜਿਹੜੇ ਤਲਬ ਇਲਮ ਖਾਮੋਸ਼ ਬੈਠੇ ਨੇ ਉਹਨਾਂ ਨੂੰ ਕਿਉਂ ਸਜ਼ਾ ਮਿਲਦੀ ਹੈ? ਇਹ ਮੈਂ खूबसूरत बात पता क्या है, ਉਹਨਾਂ ਨੂੰ ਸਬਕ ਲੱਭਦਾ ਨਾ ਕਿ ਤੁਸੀਂ ਨਹੀਂ ਕਰਨੀ हुसैनी भाई सबसे पहले उसको उतार दे। ਅਸੀਂ ਤਾਂ ਅੱਛੇ ਬੱਚੇ ਨੇ, ਸਾਨੂੰ ਕਿਉਂ ਸਜ਼ਾ ਮਿਲਦੀ हुसैन साहब? ਅਸੀਂ क्या नहीं, वो स्ट्रीम की प्रोटेक्शन के लिए तरतीब देखें, सबसे पहले उसी को उतारा जाता है, ये खामोश होता है। या ਨਹੀਂ ਮੈਂ ਐਡ ਦੇ हम ਲੱਥਾ तो ये एहतजाज करेंगे। ਮੈਂ ਤੇ ਐਡ ਦੇ ਲੱਥਾ ਨਹੀਂ ਕਸ਼ਮੀਰੀ ਸਾਹਿਬ, ਉਹ ਸਬਕ ਹੁੰਦਾ ਹੈ ਨਾ ਕਿ ਅੱਛੇ ਬੱਚੇ ਹੋ ਤੁਸੀਂ, ਅੱਛੇ ਬਣ ਕੇ ਰਹਿਣਾ, ਜੇ ਤੁਸੀਂ ਇੰਜ ਕੀਤਾ ਤੁਹਾਨੂੰ ਵੀ ਲਾ ਦਿੱਤਾ ਜਾਏਗਾ, ਉਹ ਸਬਕ ਹੁੰਦਾ है। लेकिन अच्छा है, किसी का इतराज नहीं होता ना। इस लिहाज से हुसैनी साहब का ये कदम ठीक है कि किसी को इतराज ना हो, बस ठीक है, उतार दें सबको फिर ले लें, इसमें भी कोई हर्ज वाली बात नहीं है। हुसैन साहब, मेरा क्वेश्चन साहब नहीं भी उतारते हुसैन साहब, कई दफा एक दो बंदे ऊपर रख भी देते हैं ना। मुझे छोड़ो बात सुने हुसैन करता साहब। ही उनका मेरा इस्तेहकाक है, हुसैन हम कुछ नहीं साहब, कहते इसमें। जी जी ये जो आपसे सवाल किया था जरा इस पे जरा एक्सपैंड करें हाँ जी कि जब कुरान इसको सपोर्ट नहीं करता हाँ तो किस बेसिस पे ये चल रहा है? क्या चीज? जो कादियानी में चल रहा है, खलीफा फ्रॉम वन लीनिएज टू द अदर, ये कहाँ चल रहा है? वहां तो नहीं चल रहा। नहीं कौन है अपने अभी इस वक्त मियाँ मसरूर हैं कि कौन साहब हैं, हाँ जी वो क्यों है वो खलीफा? ब्लड लाइन की वजह से है ना? नहीं, इस वजह से नहीं। कि अच्छा फिर मेरी गलती है फिर। नहीं तो जो पाकिस्तान में पीरी चलती हैं, पीर साहब चलते हैं, उनके इतने मरीज होते हैं, वो कुरान की किस आयत की रूह से होते हैं? वो भी नहीं होनी चाहिए, लेकिन मैं तो सिर्फ हसैनी साहब से बात पूछा अगर था। आपके नजदीक नहीं होने चाहिए तो ठीक है, नहीं होने चाहिए। नहीं कौन सी ऐसी नहीं, बात है? मेरे नजदीक नहीं, मैं हुसैनी साहब का क्योंकि आपने एक फिरके को निशाना बनाया है ना कि इनका खलीफा क्यों होता है। नहीं, उन्होंने क्लियर कर दिया कि वो ब्लड लाइन की वजह से नहीं है, तो ठीक है फिर ठीक है। मुस्लिम साहब की अच्छी बात ये मान जाते हैं मसीह मुस्लिम को। कश्मीरी साहब सुनाओ फिर की हाल है ਤੁਹਾਡਾ? कोई नहीं, फिर साड़ियाँ डेल्टा फोर्सा देखिए ने किस तरह लठियां में से ਉਹ ਬਸ ਇਹ ਫਿਰ ਮਸ਼ੀਨਾਂ ਜਿਸਮ ਗਰਮ ਹੋ ਜਾਣ ਤੇ ਫਿਰ ਉਹ ਤੇ ਨਹੀਂ ਨਾ ਵੇਖਦੀਆਂ। ये गलत है ना। तो अली वाला साहब वो की मसला बनया वेनेजुएला ਦੇ ਸਦਰ ਨੂੰ ਜਿਹੜਾ ਚੁੱਕ ਕੇ ਲੈ ਗਏ ਨੇ ਅਮਰੀਕਾ ਵਾਲੇ, ਉਹ ਕੀ ਮਸਲਾ ਹੈ? ਤੇਲ ਉਹ ਤਾਂ ਤੇਲ ਤੇ ਹੋਰ ਵੀ ਫਿਰ ਮੁਲਕਾਂ 'ਚ ਸਾਰੇ ਹੌਲੀ ਹੌਲੀ ਚੁੱਕਣਗੇ। नहीं और दुनिया सब पहले नंबर पे हुई है। नहीं वो तेल नहीं, वजह तेल की वजह नहीं है यार, बात सुनो। तेल ही है नहीं, अभी उसने नई है वो तो स्वेरन कर रही है, अभी नई प्राइम मिनिस्टर जो है खातून है इस वक्त, जो सदर है, सॉरी
जो नई सदर थी ना उसने ले लिया ना, नायब सदर थी। जी जी, उसने अब ले लिया ना। ਯਾਰ ਸਾਰਾ ਮਿਲੀ ਭਗਤ ਨਾਲ ਹੋਇਆ, ਫੌਜ ਨੇ ਫੜ ਕੇ ਦੇ ਦਿੱਤਾ ਉਹਨੂੰ, ਕਿਆ ਇਲਾਜ। हाँ बिल्कुल बिल्कुल। ਉਹ ਚਾਈਨਾ ਤੇ ਰਸ਼ੀਆ ਦਾ ਸਪੋਰਟਰ ਹੈ ਬੰਦਾ, ਤੇ ਉਹਨਾਂ ਨੇ ਕਿਹਾ ਨਹੀਂ, ਤੇਲ ਜਿਹੜਾ ਸਾਡੀ ਮਰਜ਼ੀ ਨਾਲ ਟੈਰਿਫ ਜਿਹੜਾ ਜੋ ਹੋਵੇਗਾ, ਬਸ ਬਦਮਾਸ਼ੀ ਹੈ ਬਸ। सर साहब मौजूद हो? ਜੀ ਜੀ अच्छा सर साहब ਇਹ ਜਿਹੜੀ ਅਲੀ ਵਾਲਾ ਸਾਹਿਬ ਤੁਸੀਂ ਵੀ ਮੌਜੂਦ ਹੋ, ਅਹਿਮਦੀ ਭਰਾ ਵੀ ਬੈਠੇ ਨੇ। ਇੱਕ ਕੁਐਸਚਨ ਹੈ ਕਿ ਜਿਹੜੀ ਸੂਰਤ ਫਾਤਿਹ ਦੀ ਮਿਰਜ਼ਾ ਸਾਹਿਬ ਨੇ ਤਫਸੀਰ ਕੀਤੀ ਹੈ, ਜਾਂ ਸੂਰਤ ਫਾਤਿਹ ਦੀ ਕਿਸੇ ਆਇਤ ਵਿੱਚ ਵੀ ਹੁਸੈਨੀ ਸਾਹਿਬ ਦਜਾਲ ਦਾ ਜ਼ਿਕਰ ਹੈ? ਹਾਂਜੀ ਸੂਰਤ ਫਾਤਿਹ ਦੀ ਕਿਸੇ ਆਇਤ ਵਿੱਚ ਦਜਾਲ ਦਾ ਜ਼ਿਕਰ ਹੈ? ਨਹੀਂ लेकिन मिर्जा साहब ने मैं सुना जी, मैनू भी उस दिन पता लगा कि जी आयत की पूरी तफसीर की उसे दजाल का जिक्र भी है तो उन्होंने मारिया भी है दजाल भी। अच्छा जी ये गल मैं उस दिन पढ़े सी बंदे उते, मैं हैरान हो के मैं क्या मैं को सेंसर को रनमाई लेवांगे इस बारे च, ये की मतलब किस तरह अगर सूरत फातिह में नहीं दजाल का जिक्र या किसी आयत में भी नहीं, फिर उन्होंने किस तरह ये चीज की है, ये समझने वास्ते मैं क्या शायद तुम्हारी नजर तो गुजरी होगी। नहीं वो इस तरह ना, कश्मीरी साहब गुजारिश है कि रसूल करीम सल्लल्लाहु अलैहि वसल्लम ने तो दज्जाल का जिक्र किया है ना। नहीं सूरत ओ फातिहा दी ऐसी गल करे जिहड़ी मिर्जा साहब ने तफसीर की थी ओदी, मैं वही अर्ज कर लगा ना भी उन्होंने दज्जाल का जिक्र किया है ना, उन्होंने कुरान तो नहीं लिया ना, उन्होंने फरमाया है ना कि दज्जाल दे फितने तो बचना तो सूरह काफ दी पहलियां 10 आयतां और आखिरी 10 आयतां पढ़िया करो। ये हदीस शरीफ से है ना कि अगर उन्होंने बदसवालीन तो गुमराह कौम तो मुराद दज्जाल लैके किसी तरह साबित कर दिता है, तो पूरी तफसीर पढ़ोगे तो तुहानू समझ लग जाएगी कि क्यों उन्होंने किया वा। मैं तो कदी रहनमाई लेना सन सब को क्यों हाँ मैं वही दस रहा मैं था क्या समझाने वास्ते सन तो 10 मेरा कि जिक्र है नहीं है, कोई बंदा क्वेश्चन कर रहे सी तो मैं क्या बात टेंशन नहीं करता है एक ही, यानी कि अगर किसी आदमी जिक्र नहीं तो उन्होंने किस तरह किया, क्यों किया जिक्र कर रहा है, मैं पूछना कोई मैं तनकीद नहीं कर रहा, मैं समझ गया, मैं समझाया ये खाली जनाब मेरे इल्म च सी। हां जी मैं नहीं क्या कि तुमने क्यों सवाल किया, मैं जिन्ना मेरे इल्म च मैं दस देता है। नहीं ठीक हो गया, हाँ बस इन्नी गल ही है। सैनी साहब नहीं बोल रहे, पता नहीं मैं अर्ज कर रहा हूँ तो हेडक्वार्टर तो हसी ना जवाब से आ रही है बात जी जी आ रही है। हाँ जी गल ये है कि दज्जाल का जिक्र कुरान करीम में है ही नहीं। जिस तरह इमाम महदी का जिक्र भी कुरान शरीफ नहीं, मसीह दे नाज़िल होने का भी कुरान शरीफ नहीं, और मुजद्दद दे आउण दा भी कुरान शरीफ नहीं। ये सारियां गल्लां बाहरों बाहर ते जिहड़ियां तफसीरां होंदियां ने वो लोकां दे ख्यालात होंदे ने। एक है कुरान शरीफ, एक है लोकां दे ख्याल। लोगों ने अपने ख्यालात बहुत सारिया गल्लां तफसीरां च लिखियां ने, दूसरियां तफसीरां च भी है ने, वो अगर सामने रखोगे तो थोड़ी जी हैरत होएगी कि किस तरह हो रहा। मुफस्सरीन जिहड़े ने वो इंज लगता है कि जिस तरह उत्थे मौजूद होंदे ने जिथे वाकया हो रहा, हालांकि जमाने च पिछे आदमी नहीं जा सकता। तारीफ विच वाकया होएगा ठीक है, ग्रामर की वजह नाल किसी तारीखी वाक्य को असं नहीं समझ सकते या किसी मुफस्सर की काबलियत की वजह नाल वाक्य की तफसीर नहीं मिल सकती। मुफस्सर अगर उस जमाने का होवे जदों वाकया हो रहा है फिर ठीक है। जी गुड इवनिंग, गुड आफ्टरनून, सलाम सलाम अलैकुम, क्या हाल है? ये मसले आ गया।